ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਅਸੀਂ ਹਾਜ਼ਰ ਹੋਏ ਹਾਂ ਸਰੀ ਗ੍ਰੀਨ ਟਿੰਬਰ ਦੇ ਵਿੱਚ MLA ਰਚਨਾ ਸਿੰਘ ਹੁਣਾਂ ਦੇ ਦਫ਼ਤਰ ਦੇ ਵਿੱਚ। ਇੱਥੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪ੍ਰੋਕਲੇਮੇਸ਼ਨ ਹੋਈ ਆ ਸੰਤ ਤੇਜਾ ਸਿੰਘ ਹੁਰਾਂ ਦੀ, BC ਸਰਕਾਰ ਨੇ ਪ੍ਰੋਕਲੇਮੇਸ਼ਨ ਕੀਤੀ ਆ, ਦਿਨ 1 ਜੁਲਾਈ ਦਾ ਉਹਨਾਂ ਨੂੰ ਸਮਰਪਿਤ ਕੀਤਾ। ਉਹ ਉਹਨਾਂ ਨੇ ਭਾਈਚਾਰੇ ਨੂੰ ਪ੍ਰੋਕਲੇਮੇਸ਼ਨ ਦੇਣੀ ਆ। ਇਹਦੇ ਸੰਬੰਧੀ ਅੱਜ ਇੱਥੇ ਸਮਾਗਮ ਰੱਖਿਆ ਗਿਆ। ਸੰਖੇਪ ਦੇ ਵਿੱਚ ਉਹ ਸਮਾਗਮ ਤੇ ਸੰਤ ਤੇਜਾ ਸਿੰਘ ਹੁਣਾਂ ਬਾਰੇ ਆਏ ਵਿਦਵਾਨਾਂ ਦੇ ਵਿਚਾਰ ਸੁਣਦੇ ਹਾਂ ਕਿ ਉਹ ਕੌਣ ਸਨ। ਸੰਤ ਤੇਜਾ ਸਿੰਘ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕੌਣ ਸਨ। 1906-7 ਦੇ ਵਿੱਚ ਪੰਜਾਬ ਤੋਂ ਉੱਠ ਕੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਜਾਂਦੇ ਆ। ਕੈਂਬਰਿਜ ਯੂਨੀਵਰਸਿਟੀ ਤੋਂ ਬਾਅਦ ਅਮਰੀਕਾ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਦੇ ਆ। ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਦੇ ਆ, ਇੱਥੇ ਕੈਨੇਡਾ ਦੇ ਵਿੱਚ ਆਉਂਦੇ ਆ। ਕੈਨੇਡਾ ਦੇ ਵਿੱਚ ਯੂਨੀਵਰਸਿਟੀ ਸਥਾਪਿਤ ਕਰਨ ਲਈ, ਸਿੱਖ ਯੂਨੀਵਰਸਿਟੀ ਸਥਾਪਿਤ ਕਰਨ ਦੇ ਲਈ ਜਗ੍ਹਾ ਲੈਂਦੇ ਆ, ਸੈਂਕੜੇ ਏਕੜ। ਉਹ ਨਹੀਂ ਬਣ ਪਾਉਂਦੀ। ਵਾਪਸ ਪੰਜਾਬ ਜਾਂਦੇ ਆ। ਪੰਜਾਬ ਜਾ ਕੇ ਸੰਤ ਅਤਰ ਸਿੰਘ ਮਸਤੂਆਣਾ, ਉਹਨਾਂ ਦੀ ਪ੍ਰੇਰਨਾ ਸਦਕਾ ਉਹ ਪਹਿਲਾਂ ਇੰਗਲੈਂਡ ਗਏ ਸੀ। ਉਹਨਾਂ ਤੋਂ ਬਾਅਦ ਇਸ ਵੇਲੇ ਜਿਹਨੂੰ ਬੜੂ ਸਾਹਿਬ ਅਕਾਲ ਅਕੈਡਮੀ ਦੇ ਨਾਂ ਨਾਲ ਸ਼ੁਰੂ ਕਰਦੇ ਆ, ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੀ ਚੇਨ ਸ਼ੁਰੂ ਕਰਦੇ ਆ। ਔਰ ਜਿਹੜੀ ਅੱਜ ਉਸ ਰੂਪ ਦੇ ਵਿੱਚ ਆ, ਉਹ ਸੰਤ ਤੇਜਾ ਸਿੰਘ ਉਹਨਾਂ ਦਾ ਵੈਨਕੂਵਰ ਦੇ ਨਾਲ, ਗਦਰ ਲਹਿਰ ਦੇ ਨਾਲ ਬਹੁਤ ਨੇੜੇ ਦਾ ਸੰਬੰਧ। ਬਹੁਤੇ ਲੋਕਾਂ ਨੂੰ ਉਸ ਸ਼ਖਸੀਅਤ ਬਾਰੇ ਬਹੁਤ ਘੱਟ ਗਿਆਨ ਆ ਜਾਂ ਜਾਣਕਾਰੀ ਨਹੀਂ ਆ। ਅੱਜ ਇਹਨਾਂ ਵਿਦਵਾਨਾਂ ਕੋਲੋਂ ਸੁਣਦੇ ਆ ਉਹ ਕੌਣ ਸਨ ਤੇ ਕੀ ਕਾਰਨ ਆ ਕਿ ਅੱਜ ਉਹਨਾਂ ਨੂੰ BC ਸਰਕਾਰ ਪ੍ਰੋਕਲੇਮੇਸ਼ਨ ਦੇ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਇੱਕ ਤਾਂ ਬਹੁਤ-ਬਹੁਤ ਸਵਾਗਤ ਮੇਰੇ ਦਫ਼ਤਰ ਦੇ ਵਿੱਚ। ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਕੋਵਿਡ ਦੀ ਰਿਸਟ੍ਰਿਕਸ਼ਨਸ ਨੂੰ ਥੋੜਾ ਜਿਹਾ ਖਤਮ ਕੀਤਾ ਹੈਗਾ ਤਾਂ ਕਿ ਅਸੀਂ ਅੱਜ ਇੱਥੇ ਜੁੜ ਸਕੇ ਹੈਗੇ ਆ। ਤੇ ਜਿਵੇਂ ਅਵਤਾਰ ਭਾਜੀ ਨੇ ਕਿਹਾ, ਅੱਜ ਬਹੁਤ ਹੀ ਜ਼ਿਆਦਾ ਮਾਣ ਦਾ ਦਿਨ ਹੈ ਮੇਰੇ ਲਈ, ਸਾਡੀ ਸਾਰੀ ਕਮਿਊਨਿਟੀ ਲਈ ਔਰ BC ਸਰਕਾਰ ਲਈ, ਕਿ ਜਿਹੜਾ 1 ਜੁਲਾਈ ਨੂੰ ਸੰਤ ਤੇਜਾ ਸਿੰਘ ਡੇ ਵਜੋਂ ਘੋਸ਼ਿਤ ਕਰਨਾ। ਔਰ ਇਹ ਬਹੁਤ ਇੰਪੋਰਟੈਂਟ ਹੈਗਾ, ਮੇਨ ਸਟ੍ਰੀਮ ਕਮਿਊਨਿਟੀ ਨੂੰ ਜਾਣਨ ਲਈ ਤਾਂ ਹੈਗਾ ਹੀ ਹੈਗਾ, ਪਰ ਜਿਹੜੀ ਸਾਡੀ ਫਿਊਚਰ ਜਨਰੇਸ਼ਨ ਹੈ, ਸਾਡੇ ਬੱਚੇ ਹੈ, ਜਿਨ੍ਹਾਂ ਨੂੰ ਨਹੀਂ ਪਤਾ ਕਿ ਸਾਡੇ ਪਾਇਨੀਅਰਸ ਨੇ ਕਿਵੇਂ ਦਾ ਇੱਥੇ ਸੰਤਾਪ ਹੰਡਾਇਆ, ਕਿਵੇਂ ਦਾ ਰੇਸਿਜ਼ਮ, ਨੰਗਾ ਚਿੱਟਾ ਰੇਸਿਜ਼ਮ ਉਹਨਾਂ ਨੇ ਇੱਥੇ ਦੇਖਿਆ ਤੇ ਉਹਨੂੰ ਕਾਊਂਟਰ ਕੀਤਾ। ਇਟ ਇਜ਼ ਵੈਰੀ ਇੰਪੋਰਟੈਂਟ ਫॉर ਆਵਰ ਯੰਗਰ ਜਨਰੇਸ਼ਨ ਟੂ ਨੋ। ਅਸੀਂ ਜਾਣਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਇਹਨੂੰ ਧਰਤੀ ਬਣਾਇਆ ਕੈਨੇਡਾ ਨੂੰ, ਤੇ ਸੰਤ ਤੇਜਾ ਸਿੰਘ ਵਾਸ ਵਨ ਆਫ ਦਾ ਅਰਲੀਅਰ ਬਹੁਤ ਜ਼ਿਆਦਾ ਮੋਢੀ ਸੀਗੇ, ਪਾਇਨੀਅਰ ਸਾਡੇ ਬਜ਼ੁਰਗ ਸੀਗੇ, ਜਿਨ੍ਹਾਂ ਨੇ ਇੱਥੇ ਬਹੁਤ ਜ਼ਿਆਦਾ ਘਾਲਣਾ ਕੱਢੀ। ਉਹ ਬੇਸ਼ੱਕ ਅਸੀਂ ਜਾਣਦੇ ਉਹ ਸਮਾਂ ਸੀਗਾ ਜਦੋਂ ਸਾਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ। 1907 ਤੋਂ ਲੈ ਕੇ 1947 ਤੱਕ ਸਾਡੇ ਲੋਕ, ਸਾਊਥ ਏਸ਼ੀਅਨ ਮੂਲ ਦੇ ਲੋਕ, ਉਹਨਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ। ਦੇ ਵਰ ਨਾਟ ਕੰਸੀਡਰਡ ਐਜ਼ ਲਾਈਕ ਇਕੁਅਲ ਸਿਟੀਜ਼ਨਸ ਆਫ ਕੈਨੇਡਾ। ਉਹਨਾਂ ਨੂੰ ਇੱਕ ਸੈਕੰਡ ਕਲਾਸ ਸਿਟੀਜ਼ਨਸ ਦਾ ਦਰਜਾ ਦਿੱਤਾ ਜਾਂਦਾ ਸੀ। ਉਹਦੇ ਲਈ ਘਾਲਣਾ ਕੀਤੀ ਗਈ। ਸਾਡੇ ਲੋਕਾਂ ਨੂੰ ਇੱਥੇ ਪਰਿਵਾਰ ਲਿਆਉਣ ਦਾ ਹੱਕ ਨਹੀਂ ਸੀਗਾ। ਇਹ ਜਿਹੜੇ ਅੱਜ ਅਸੀਂ ਇੱਥੇ ਇੰਨੀ ਜ਼ਿਆਦਾ ਸ਼ਮੂਲੀਅਤ ਹੈਗੀ ਹੈ, ਸਾਡੀ ਇੰਨੀ ਜ਼ਿਆਦਾ ਸੰਖਿਆ ਹੈਗੀ ਹੈ, ਇਹ ਸਿਰਫ ਕੋਈ ਆਊਟ ਆਫ ਬਲੂ ਨਹੀਂ ਹੋ ਗਈ ਜਾਂ ਪਲੈਟਰ ਤੇ ਸਾਨੂੰ ਨਹੀਂ ਮਿਲੀ ਹੈਗੀ ਹੈ। ਸਾਡੇ ਬਜ਼ੁਰਗਾਂ ਨੇ, ਔਰ ਸਪੈਸ਼ਲੀ ਸੰਤ ਤੇਜਾ ਸਿੰਘ ਵਰਗੇ ਜਿਹੜੇ ਬਜ਼ੁਰਗ ਹੈਗੇ ਹੈ, ਉਹਨਾਂ ਦੀ ਘਾਲਣਾ ਕਰਕੇ, ਉਹਨਾਂ ਦੀ ਐਫਰਟਸ ਕਰਕੇ ਅਸੀਂ ਇਹ ਸਾਨੂੰ ਹੱਕ ਮਿਲੇ ਹੈ। ਅਵਤਾਰ ਭਾਜੀ ਨੇ ਪਹਿਲਾਂ ਹੀ ਦੱਸਿਆ ਕਿ ਬਹੁਤ ਜ਼ਿਆਦਾ ਇੱਕ ਇੱਥੇ ਸਾਜ਼ਿਸ਼ ਰਚੀ ਜਾ ਰਹੀ ਸੀਗੀ ਕਿ ਸਾਡੇ ਜਿਹੜੇ ਸਾਊਥ ਏਸ਼ੀਅਨ ਜਿਹੜਾ ਭਾਈਚਾਰਾ ਹੈਗਾ, ਜਿੰਨੇ ਅਸੀਂ ਲੋਕ ਸੀਗੇ, ਉਹਨਾਂ ਨੂੰ ਇੱਥੋਂ ਕੱਢ ਕੇ ਹੌਂਡਰਸ, ਜਿਹੜਾ ਕਿ ਇੱਕ ਥਰਡ ਵਰਲਡ ਕੰਟਰੀ, ਜਿੱਥੇ ਹਾਲਾਤ ਬਹੁਤ ਜ਼ਿਆਦਾ ਖਰਾਬ ਸੀਗੇ, ਬੇਸ਼ੱਕ ਉਹ ਅਸੀਂ এনवायरमेंट ਦੇਖੀਏ ਹਾਲਾਤ ਜਾਂ ਅਸੀਂ ਇਕਨੋਮਿਕ ਹਾਲਾਤ ਦੇਖੀਏ, ਬਹੁਤ ਹੀ ਜ਼ਿਆਦਾ ਸੀਗੇ, ਪਰ ਦੈਟ ਵਾਜ਼ ਦ ਪ੍ਰੋਸੈਸ ਦੈਟ ਵਾਜ਼ ਇਨ ਪਲੇਸ। ਦੈਟ ਵਾਜ਼ ਆਲਸੋ ਅ ਰਾਈਸਿਸਟ ਪਾਲਿਸੀ ਜਿਹੜੀ ਕਿ ਲਾਗੂ ਕੀਤੀ ਜਾਣੀ ਸੀਗੀ। ਜੇ ਪ੍ਰਿੰਸੀਪਲ ਤੇ ਸੰਤ ਤੇਜਾ ਸਿੰਘ ਇਸ ਬਾਰੇ ਅਗਾਹ ਨਾ ਕਰਦੇ ਕਮਿਊਨਿਟੀ ਨੂੰ, ਤੇ ਇਹਦੇ ਬਾਰੇ ਐਫਰਟਸ ਨਾ ਕਰਦੇ ਕਿ ਉਹ ਰੋਕਿਆ ਨਾ ਜਾ ਸਕੇ। ਸੋ ਲੋਟ ਹੈਜ਼ ਬੀਨ ਡਨ ਬਾਈ ਹਿਮ। ਆਈ ਥਿੰਕ ਇਟ ਇਜ਼ ਹਾਈ ਟਾਈਮ ਇਹ ਜਿਹੜੀ ਪ੍ਰੋਕਲੇਮੇਸ਼ਨ ਸੀਗੀ ਕਾਫੀ ਦੇਰ ਪਹਿਲਾਂ ਹੋ ਜਾਣੀ ਚਾਹੀਦੀ ਸੀਗੀ, ਬਿਕੋਜ਼ ਹਿਸ ਕੰਟਰੀਬਿਊਸ਼ਨ ਇਜ਼ ਸੋ ਸਟਰੋਂਗ। ਇਟ ਇਜ਼ ਲਾਈਕ ਵਟ ਵੀ ਆਰ, ਜਿਹੜੇ ਅੱਜ ਅਸੀਂ ਅਧਿਕਾਰ ਜਿਹੜੇ ਮਾਨ ਰਹੇ ਆ। ਮੈਂ ਆਪਣੇ ਬਾਰੇ ਵੀ ਕਹਿੰਦੀ ਹਾਂ ਕਿ ਅੱਜ ਮੈਂ ਇੱਕ ਲੈਜਿਸਲੇਚਰ ਵਿੱਚ ਬਹਿੰਦੀ ਹਾਂ, ਜਿੱਥੇ ਉਹੀ ਲੈਜਿਸਲੇਚਰ ਜਿੱਥੇ ਇਹ ਨਸਲੀ ਵਿਤਕਰੇ ਵਾਲੇ ਲਾਅ ਪਾਸ ਹੋਏ ਸੀਗੇ, ਜੇ ਮੈਨੂੰ ਉੱਥੇ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨ ਦਾ, ਉਹ ਨਵੇਂ ਲਾਅਜ਼ ਪਾਸ ਕਰਨ ਦਾ ਹੱਕ ਮਿਲਿਆ ਹੈਗਾ, ਤੇ ਇਹ ਸੰਤ ਤੇਜਾ ਸਿੰਘ ਵਰਗੇ ਬਜ਼ੁਰਗਾਂ ਦੀ ਬਦੌਲਤ ਹੀ ਹੈ। ਸੋ ਵੀ ਓ ਹਿਮ ਅ lot,
ਐਂਡ ਮੈਂ ਸਿਰਫ ਇਹ ਕਹੂੰਗੀ ਕਿ ਅੱਜ ਦਾ ਦਿਨ ਕੱਲਾ ਇੱਕ ਦਿਨ ਨਹੀਂ ਹੈਗਾ ਉਹਨਾਂ ਨੂੰ ਯਾਦ ਕਰਨ ਦਾ, ਜਿਹੜਾ ਉਹਨਾਂ ਦੀ ਦੇਣ ਹੈ ਉਹਨਾਂ ਨੂੰ ਹਰ ਰੋਜ਼ ਯਾਦ ਕਰਨਾ। ਔਰ ਜਿਹੜੇ ਅੱਜ ਦੇ ਅਜੋਕੇ ਸਮੇਂ ਦੇ ਜਿਹੜੀਆਂ ਕ੍ਰਾਈਸਿਸ ਹੈਗੇ ਦ ਰੇਸਿਜ਼ਮ, ਜਿਹੜਾ ਡਿਸਕ੍ਰਿਮੀਨੇਸ਼ਨ, ਵਾਈਟ ਸੁਪਰੀਮੇਸੀ ਜਿਹੜੀ ਵਧੀ ਹੋਈ ਹੈ, ਇੰਡੀਜਨਸ ਲੋਕਾਂ ਨਾਲ ਜਿਹੜਾ ਵਿਤਕਰਾ ਹੋ ਰਿਹਾ, ਜਿਹੜਾ ਅਸੀਂ ਜਾਣ ਰਹੇ ਹੈਗੇ ਹਾਂ, ਜਿਹੜੀਆਂ ਅਨਮਾਰਕਡ ਗ੍ਰੇਵਸ ਦਾ ਪਤਾ ਲਾਣਾ, ਇਹ ਭਾਈਚਾਰਾ ਇੰਨੀ ਦੇਰ ਤੋਂ ਆਪਣੀ ਆਵਾਜ਼ ਬੁਲੰਦ ਕਰ ਰਿਹਾ ਸੀਗਾ, ਆਪਣੀ ਗੱਲਾਂ ਦੱਸ ਰਿਹਾ ਸੀ, ਆਪਣੀ ਲਿਵਡ ਸਟੋਰੀਜ਼ ਦੱਸ ਰਿਹਾ ਸੀ, ਕੋਈ ਉਹਨਾਂ ਤੇ ਬਲੀਵ ਨਹੀਂ ਕਰਦਾ ਸੀਗਾ। ਇਹ ਟੁੱਕ ਅਸ ਜਦੋਂ ਅਸੀਂ 215 ਬੱਚਿਆਂ ਦੀ ਅਨਮਾਰਕਡ ਗ੍ਰੇਵਸ ਮਿਲੀਆਂ ਤਦ ਅਸੀਂ ਉਹਨਾਂ ਤੇ ਬਲੀਵ ਕਰਨਾ ਸ਼ੁਰੂ ਕੀਤਾ ਹੈਗਾ। ਇਟਸ ਟਾਈਮ ਟੂ ਰੈਕਟੀਫਾਈ ਦ ਮਿਸਟੇਕਸ ਦੈਟ ਕੈਨੇਡਾ ਹੈਜ਼ ਮੇਡ ਐਂਡ ਵੀ ਆਲ ਗਵਰਨਮੈਂਟਸ ਦੀ, ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਹਾਂ, ਗਵਰਨਮੈਂਟਸ ਦੀ ਐਥੀਕਲ ਤੇ ਮੋਰਲ ਰਿਸਪੌਂਸਿਬਿਲਿਟੀ ਹੈਗੀ ਹੈ ਰੇਸਿਜ਼ਮ ਨੂੰ ਫਾਈਟ ਕਰਨਾ, ਪਰ ਗਵਰਨਮੈਂਟਸ ਇਕੱਲਾ ਕੁਝ ਨਹੀਂ ਕਰ ਸਕਣਗੀਆਂ ਜੇ ਤੁਹਾਡੇ ਵਰਗੇ ਕਮਿਊਨਿਟੀ ਦੇ ਐਡਵੋਕੇਟਸ ਸਾਡਾ ਸਾਥ ਨਹੀਂ ਦੇਣਗੇ। ਸੋ ਆਈ ਰੀਅਲੀ ਅਪਰੀਸ਼ੀਏਟ ਫॉर ਆਲ ਯੋਰ ਐਫਰਟਸ। ਤੁਸੀਂ ਆਪਣਾ ਇਹ ਜਿਹੜੀ ਜੱਦੋ-ਜਹਿਦ ਹੈ ਜਾਰੀ ਰੱਖੋ। ਮੇਕ ਯੋਰ ਪੋਲੀਟੀਸ਼ੀਅਨਸ ਅਕਾਊਂਟੇਬਲ, ਮੇਕ ਅਸ ਅਕਾਊਂਟੇਬਲ ਸੋ ਦੈਟ ਵੀ ਕੀਪ ਔਨ ਡੂਇੰਗ ਦ ਗੁੱਡ ਵਰਕ ਦੈਟ ਯੂ ਆਲ ਵਾਂਟ ਅਸ ਟੂ ਡੂ। ਸ਼ੁਕਰੀਆ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਮਾਨਯੋਗ ਸਾਡੇ ਪਾਰਲੀਮਾਨੀ ਸਕੱਤਰ ਰੇਸਿਜ਼ਮ ਦੇ ਇਸ਼ੂਜ਼ ਤੇ ਕੰਮ ਕਰ ਰਹੇ ਤੇ ਇਸ ਖਾਸ ਇੱਕ ਇਤਿਹਾਸਕ ਘੜੀ ਨੂੰ ਸਾਡੇ ਲਈ ਤਿਆਰ ਕਰਨ ਦੇ ਵਿੱਚ ਸਹਿਯੋਗ ਦੇਣ ਵਾਲੇ ਰਚਨਾ ਸਿੰਘ ਹੋਰਾਂ ਨੇ ਦੱਸਿਆ, ਬਿਨਾਂ ਸ਼ੱਕ ਅੱਜ ਕੈਨੇਡਾ ਲਈ ਨਹੀਂ ਵਿਸ਼ਵ ਪੱਧਰ ਸਭ ਤੋਂ ਵੱਡੀ ਚੁਣੌਤੀ ਰੇਸਿਜ਼ਮ ਹੈ, ਨਸਲਵਾਦ ਹੈ। ਤੇ ਉਸ ਨਸਲਵਾਦ ਦਾ ਦਰਦ ਹੰਢਾਉਣ ਲਈ ਜਿਹੜੇ ਅੱਜ ਸੰਤਾਪ ਦੇ ਵਿੱਚੋਂ ਦੀ ਲੰਘ ਰਹੇ ਨੇ, ਉਹਨਾਂ ਸਾਰਿਆਂ ਦੀ ਰੂਹ ਨੂੰ ਅੱਜ ਸਕੂਨ ਮਿਲ ਰਿਹਾ ਹੈ, ਕਿਉਂਕਿ ਇੱਕ ਉਸ ਸ਼ਖਸੀਅਤ ਨੂੰ ਸਨਮਾਨ ਮਿਲ ਰਿਹਾ ਹੈ ਜਿਸ ਨੇ 1 ਸਦੀ ਪਹਿਲਾਂ ਨਸਲਵਾਦ ਨੂੰ ਜੜੋਂ ਪੁੱਟਣ ਲਈ ਕੈਨੇਡਾ ਦੀ ਧਰਤੀ ਤੇ ਆਵਾਜ਼ ਉਠਾਈ ਸੀ। ਉਸ ਵੇਲੇ ਜਦੋਂ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਇਹ ਨਸਲਵਾਦ ਸੀ, ਪ੍ਰੋਫੈਸਰ ਸੰਤ ਤੇਜਾ ਸਿੰਘ ਹੋਰਾਂ ਨੇ ਇੱਥੇ ਆ ਕੇ ਨਾ ਸਿਰਫ ਉਸ ਖਿਲਾਫ ਯੁੱਧ ਛੇੜਿਆ, ਬਲਕਿ ਇੱਕ ਐਜੂਕੇਸ਼ਨ ਦਾ ਇਹੋ ਜਿਹਾ ਚੇਤਨਾ ਪੱਧਰ ਦਾ ਸਾਡੇ ਲਈ ਬੂਟਾ ਲਾਇਆ, ਜਿਸ ਦੇ ਨਤੀਜੇ ਵਜੋਂ ਅੱਜ ਦੁਨੀਆ ਭਰ ਦੇ ਵਿੱਚ ਜਿੱਥੇ ਘੱਟ ਗਿਣਤੀਆਂ ਦੇ ਵਿੱਚੋਂ ਅਸੀਂ ਸਮੂਹ ਭਾਈਚਾਰੇ ਹਾਂ, ਖਾਸ ਤੌਰ ਤੇ ਮੈਂ ਕਹਾਂਗਾ ਕਿ ਸਿੱਖ ਆਇਡੈਂਟੀ ਦੀ ਵੀ ਗੱਲ ਪਹਿਲੀ ਵਾਰ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਕਿ ਦਸਤਾਰ ਨਜ਼ਰ ਆਈ ਹੈ ਤਾਂ ਪ੍ਰੋਫੈਸਰ ਸੰਤ ਤੇਜਾ ਸਿੰਘ ਦੀ। ਪਹਿਲੀ ਵਾਰ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਜੋ ਕੋਈ ਸਿੱਖ ਆਇਡੈਂਟੀ ਦੀ ਗੱਲ ਚੱਲੀ ਹੈ ਤੇ ਬਤੌਰ ਸੰਤ ਤੇਜਾ ਸਿੰਘ। ਖਾਲਸਾ ਦੀਵਾਨ ਸੁਸਾਇਟੀ ਜਿਹੜੀ ਗਦਰੀ ਬਾਬਿਆਂ ਦੀ ਉਹ ਸੰਸਥਾ ਜਿਸ ਦਾ ਹੈਰੀਟੇਜ ਇਤਿਹਾਸ ਮਹਾਨ ਹੈ, ਉਸ ਦਾ ਸੰਵਿਧਾਨ ਰਚਣ ਵਾਲੀ ਸ਼ਖਸੀਅਤ ਹੈ ਤਾਂ ਉਹ ਸੰਤ ਤੇਜਾ ਸਿੰਘ। ਜੇਕਰ ਵਿਦੇਸ਼ਾਂ ਦੇ ਵਿੱਚ ਸਾਡੀ ਹੋਂਦ ਲਈ ਹੌਂਡਰਸ ਵਰਗੇ ਥਾਂ ਤੇ ਸਾਨੂੰ ਭੇਜਣ ਤੋਂ ਰੋਕ ਕੇ ਅੱਜ ਸਾਡੀ ਇੱਥੇ ਜਿਹੜੀ ਪਛਾਣ ਹੈ ਉਸ ਨੂੰ ਕਾਇਮ ਕਰਨ ਦੀ ਗੱਲ ਚੱਲੀ ਹੈ ਤਾਂ ਉਹ ਪ੍ਰੋਫੈਸਰ ਸੰਤ ਤੇਜਾ ਸਿੰਘ ਹੋਰਾਂ ਦੀ ਬਦੌਲਤ ਹੈ। ਤੇ ਉਹਨਾਂ ਨੂੰ ਸਮਰਪਿਤ ਇਹ ਜਿਹੜਾ ਪ੍ਰੋਕਲੇਮੇਸ਼ਨ ਜਾਰੀ ਕਰਨਾ, ਜਿਸ ਦੇ ਲਈ ਲੈਫਟੀਨੈਂਟ ਗਵਰਨਰ, ਅਟਾਰਨੀ ਜਨਰਲ, ਖਾਸ ਤੌਰ ਤੇ BC ਸਰਕਾਰ ਤੇ ਵਿਸ਼ੇਸ਼ ਕਰ ਜਿਸ ਤਰ੍ਹਾਂ ਰਚਨਾ ਸਿੰਘ ਤੇ ਸਾਰੀਆਂ ਸੰਸਥਾਵਾਂ, ਜਿਸ ਤਰ੍ਹਾਂ ਅਵਤਾਰ ਸਿੰਘ ਗੁਰੀ ਪਹਿਲਾਂ ਜ਼ਿਕਰ ਕਰ ਰਹੇ ਸਨ, ਹੋਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਇੱਕੋ ਹੀ ਆਪਣਾ ਫਰਜ਼ ਬਣਦਾ ਹੈ ਕਿ 1 ਸਦੀ ਪਹਿਲਾਂ ਉਹਨਾਂ ਨੇ ਸੁਪਨਾ ਲਿਆ ਸੀ ਕਿ 250 ਏਕੜ ਲੈ ਕੇ ਇੱਥੇ ਅਸੀਂ ਐਜੂਕੇਸ਼ਨਲ ਅਦਾਰਾ ਸਥਾਪਿਤ ਕਰੀਏ। ਅੱਜ ਐਜੂਕੇਟ ਕਰਨ ਦੀ ਲੋੜ ਹੈ ਲੋਕਾਂ ਨੂੰ, ਹੋਰਨਾਂ ਕਮਿਊਨਿਟੀਜ਼ ਨੂੰ ਵੀ, ਆਪਣੇ ਆਪ ਨੂੰ ਵੀ, ਤਾਂ ਕਿ ਅੱਜ ਜੋ ਬੱਚਿਆਂ ਦੀ ਗੱਲ ਹੈ ਜਾਂ ਬਾਕੀ ਸਾਰੇ ਚੁਣੌਤੀਆਂ ਦੀ ਗੱਲ ਹੈ ਨਸਲਵਾਦ ਦੀ, ਇੱਥੇ ਵੀ ਹੈ ਤੇ ਸਾਡੇ ਮੂਲ ਦੇਸ਼ ਦੇ ਵਿੱਚ ਵੀ ਹੈ, ਜਿਸ ਨੂੰ ਅਸੀਂ ਆਮ ਕਰਕੇ ਛੂੰਹਦੇ ਨਹੀਂ। ਉੱਥੇ ਵੀ ਜਿਹੜਾ ਇਹ ਨਸਲਵਾਦ ਹੈ ਬੜੇ ਬੁਰੀ ਤਰ੍ਹਾਂ ਫੈਲਿਆ ਹੋਇਆ। ਸਾਨੂੰ ਪ੍ਰਿੰਸੀਪਲ ਸੰਤ ਤੇਜਾ ਸਿੰਘ ਜੀ ਤੋਂ ਸੇਧ ਲੈ ਕੇ ਇਹ ਇਤਿਹਾਸ ਨੂੰ ਅੱਗੇ ਹੋਰ ਵਧਾਉਣਾ ਚਾਹੀਦਾ ਤੇ ਇਸ ਘੜੀ ਤੇ ਤੁਹਾਡੇ ਸਾਰਿਆਂ ਨਾਲ ਸ਼ਾਮਲ ਹੋ ਕੇ ਖੁਸ਼ੀ ਮਹਿਸੂਸ ਕਰਦੇ ਹਾਂ। ਤੇ ਜੋ ਸੰਤ ਅਤਰ ਸਿੰਘ ਹੋਰਾਂ ਨੇ, ਪ੍ਰੋਫੈਸਰ ਸੰਤ ਤੇਜਾ ਸਿੰਘ ਹੋਰਾਂ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਂ ਤੇ ਚੱਲ ਰਹੇ ਐਜੂਕੇਸ਼ਨਲ ਅਦਾਰਿਆਂ ਨੇ ਕੰਮ ਕੀਤਾ ਤੇ ਨਸਲਵਾਦ ਦੇ ਖਿਲਾਫ ਜੋ ਸੰਘਰਸ਼ ਕੀਤਾ, ਉਸ ਲਈ ਤਹਿ ਦਿਲੋਂ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਦੱਸੋ ਮੈਨੂੰ ਇਹ ਬੇਨਤੀ ਕਿ ਠੀਕ ਹੈ ਤੇਜਾ ਸਿੰਘ ਨੂੰ ਯਾਦ ਕਰਨਾ ਜ਼ਰੂਰੀ ਹੈ, ਪਰ ਸਾਨੂੰ ਅਜੋਕੇ ਸਮੇਂ ਜਿਹੜੀ ਚੁਣੌਤੀਆਂ ਦਰਪੇਸ਼ ਆ ਰਹੀਆਂ ਉਹਨਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ, ਕਿਉਂਕਿ ਜੋ ਇਤਿਹਾਸ 'ਚ ਹੋਇਆ ਉਸ ਤੋਂ ਜੇ ਆਪਾਂ ਸਿੱਖ ਕੇ ਅਗਾਂਹ ਨਹੀਂ ਤੁਰਦੇ ਫਿਰ ਸਿਰਫ ਇਤਿਹਾਸ ਦੀ ਇਕੱਲੀ ਗੱਲ ਕਰਨਾ ਕਾਫੀ ਨਹੀਂ ਹੈ। ਜਿੱਥੇ ਜਿਹੜਾ ਸੰਤ ਤੇਜਾ ਸਿੰਘ ਦੇ ਜੀ ਦਾ ਐਲਾਨ ਕੀਤਾ ਗਿਆ ਵਿਸ਼ਵ ਸਰਕਾਰ ਵੱਲੋਂ, ਸ਼ਲਾਘਾਯੋਗ ਹੈ। ਕਮਿਊਨਿਟੀ ਦੀਆਂ ਕੋਸ਼ਿਸ਼ਾਂ ਸੀ ਲੰਬੇ ਸਮੇਂ ਤੋਂ। ਮੈਂ ਸਮਝਦਾ ਸੰਤ ਤੇਜਾ ਸਿੰਘ ਜਿਹੜਾ ਇਹ ਪੱਖ ਹੈ ਕਿ ਉਹਨਾਂ ਨੇ ਹੌਂਡਰਸ ਵਿੱਚ ਸਾਡੇ ਲੋਕਾਂ ਨੂੰ ਕੱਢ ਕੇ ਭੇਜਣ ਦੀ ਜਿਹੜੀ ਸਾਜ਼ਿਸ਼ਾਂ ਨੂੰ ਨੰਗਾ ਕੀਤਾ, ਬੇਨਕਾਬ ਕੀਤਾ, ਉਸ ਸਮੇਂ ਜੋ ਵਿਸਲ ਬਲੋਅਰ ਸੀਗੇ। ਅੱਜ ਵੀ ਅਸੀਂ ਵਿਸਲ ਬਲੋਅਰ ਦੀ ਗੱਲ ਸੁਣਦੇ ਬੜੇ ਧਿਆਨ ਦੇ ਨਾਲ। ਕਈ ਵਾਰੀ ਵਿਸਲ ਬਲੋਅਰਸ ਦੀਆਂ ਗੱਲਾਂ ਮੀਡੀਆ ਦੀ ਸੁਰਖੀਆਂ ਬਣਦੀਆਂ ਨੇ। ਅੱਜ ਵੀ ਜਿਹੜੇ ਸਕਾਲਰਸ ਨੇ, ਪ੍ਰੋਫੈਸਰ ਨੇ, ਜਦੋਂ ਕਿਸੇ ਕਿਸਮ ਦੇ ਜ਼ਬਰ ਦੇ ਖਿਲਾਫ ਬੋਲਦੇ ਆ, ਉਹਨਾਂ ਨੂੰ ਚੁਣੌਤੀਆਂ ਆਉਂਦੀਆਂ ਨੇ। ਉਹਨਾਂ ਦੀ ਆਪਣੀ ਜਨਮ ਧਰਤੀ 'ਤੇ ਵੇਖ ਲਓ ਕੀ ਹੋ ਰਿਹਾ। GN ਸਾਹਿਬ ਬਾਬਾ ਦਿੱਲੀ ਯੂਨੀਵਰਸਿਟੀ ਦਾ ਸਾਬਕਾ ਪ੍ਰੋਫੈਸਰ ਲੱਖ ਤੋਂ ਹੇਠਾਂ ਅਪਾਹਜ ਹੈ, ਸਰਕਾਰ ਨੇ ਉਸ ਨੂੰ ਜੇਲ੍ਹ 'ਚ ਦਿੱਤਾ ਹੋਇਆ।
ਆਨੰਦ ਤੇਲਤੁੰਬੜੇ ਨੂੰ ਜੇਲ੍ਹ ਦਿੱਤਾ ਹੋਇਆ। ਇਹ ਉਹ ਲੋਕ ਨੇ ਜਿਹੜੇ ਪੜ੍ਹਾਉਂਦੇ ਨੇ, ਜਿਹੜੇ ਸਕਾਲਰ ਨੇ। ਇੱਥੇ ਵੀ ਪੀਲ ਇਲਾਕੇ ਦੇ ਵਿੱਚ ਇੱਕ ਟੀਚਰ ਨੇ ਸਕੂਲ ਦੇ ਵਿੱਚ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਸਰਕਾਰ ਨੇ ਚਿੱਠੀ ਕੱਢ ਦਿੱਤੀ। ਸੋ ਮੇਰਾ ਕਹਿਣ ਦਾ ਮਤਲਬ ਕਿ ਜਿਹੜੇ ਸਕਾਲਰਸ ਖੜੇ ਹੁੰਦੇ ਨੇ ਜ਼ੁਲਮ ਦੇ ਖਿਲਾਫ, ਸਰਕਾਰੀ ਸਾਜ਼ਿਸ਼ਾਂ ਦੇ ਖਿਲਾਫ, ਉਹਨਾਂ ਨੂੰ ਮੁਸ਼ਕਿਲਾਂ ਅੱਜ ਵੀ ਆ ਰਹੀਆਂ ਨੇ। ਸੰਤ ਤੇਜਾ ਸਿੰਘ ਡੇ ਦੇ ਉੱਤੇ ਆਓ ਅਹਿਦ ਕਰੀਏ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਚੁਣੌਤੀਆਂ ਨੇ ਉਸ ਦੇ ਖਿਲਾਫ ਖੜੇ ਹੋਈਏ। ਸੰਤ ਤੇਜਾ ਸਿੰਘ ਜੀ ਜਿਨ੍ਹਾਂ ਨੇ ਬਾਬਾ ਅਤਰ ਸਿੰਘ ਮਸਤਵਾਣਾ ਵਾਲਿਆਂ ਤੋਂ ਗਿਆਨ ਪ੍ਰਾਪਤ ਕੀਤਾ, ਬੜੀ ਲੰਬੀ ਚੌੜੀ ਸਟੋਰੀ ਆ, ਮੈਂ ਉੱਚੇ ਨਹੀਂ ਜਾਣਾ। ਬਟ ਉਹਨਾਂ ਨੂੰ ਵਿਦੇਸ਼ ਭੇਜਿਆ ਗਿਆ ਕਿਉਂਕਿ ਬਹੁਤ ਵੱਡੇ ਉਹ ਸਕਾਲਰ ਸੀ, ਪੜ੍ਹਾਈ 'ਚ ਬਹੁਤ ਹੀ ਨਿਪੁੰਨ ਸਨ। ਔਰ ਉਹਨਾਂ ਨੇ ਪਹਿਲੋਂ ਕੈਂਬਰਿਜ ਫਿਰ ਹਾਰਵਰਡ ਤੋਂ ਉਹਨਾਂ ਨੇ ਆਪਣੀ ਡਿਗਰੀਆਂ ਕੀਤੀਆਂ ਔਰ ਬਹੁਤ ਉੱਘੇ ਲਾਇਰ ਹੋਏ। ਔਰ ਉਹਨਾਂ ਦੀ ਲਿਪੀ ਅਜੇ ਵੀ ਸਾਂਭੀ ਹੋਈ ਹੈ। ਅਗਰ ਤੁਸੀਂ ਖਾਲਸਾ ਦੀਵਾਨ ਸੁਸਾਇਟੀ ਦੇ ਆਰਕਾਈਵਸ 'ਚ ਦੇਖੋਗੇ ਤਾਂ ਬਿਲਕੁਲ ਜਿੱਦਾਂ ਨਹੀਂ ਕਰਸਰ ਟਾਈਪ ਅੰਗਰੇਜ਼ੀ ਲਿਖੀ ਦੀ ਹੈ, ਜਿੱਦਾਂ ਸਰਟੀਫਿਕੇਟ 'ਚ ਉੱਦਾਂ ਦੀ ਹੈਗੀ ਆ। ਉਹ ਇੱਕ ਬਹੁਤ ਹੀ ਅਦਭੁਤ ਪਰਸਨੈਲਿਟੀ ਸੀ ਜਿਹਦਾ ਐਜੂਕੇਸ਼ਨ ਦਾ ਔਰ ਸਪਿਰਿਚੁਅਲਿਟੀ ਦਾ ਬਹੁਤ ਹੀ ਸੰਮੇਲ ਸੀ। ਜਿੱਦਾਂ ਸੰਤ ਤਾਂ ਹੀ ਖਿਤਾਬ ਮਿਲਦਾ ਕਿਉਂਕਿ ਸੰਤ ਉਹ ਇਨਸਾਨ ਹੈਗਾ ਜਿਨ੍ਹਾਂ ਨੇ ਗੁਰਬਾਣੀ ਦੀ ਸਾਰੀ ਸਿੱਖਿਆ ਨੂੰ ਆਪਣੇ ਉੱਤੇ ਹੰਢਾ ਕੇ ਜੀਵਨ ਜਾਚ ਔਰ ਜੀਵਨ ਮੁਕਤ ਦੇ ਮਾਰਗ ਦੇ ਉੱਤੇ ਆਪਣੇ ਆਪ ਨੂੰ ਤੋਰਿਆ। ਨਾਲ ਐਕੈਡੈਮਿਕਸ ਉਹਨਾਂ ਦੀ ਬੜੀ ਤਗੜੀ ਸੀ, ਸੋ ਇਸ ਲਈ ਕਮਿਊਨੀਕੇਸ਼ਨ ਸਕਿੱਲਸ ਬੜੇ ਤਗੜੇ ਸੀ। ਅੰਗਰੇਜ਼ੀ 'ਚ ਬਹੁਤ ਵਧੀਆ ਸੀ, ਹਿੰਦੀ, ਉਰਦੂ, ਪੰਜਾਬੀ। ਅਤੇ ਉਹ ਜਿਹੜਾ ਇਸ਼ੂ ਜਿਹੜਾ ਰੇਸਿਜ਼ਮ ਦਾ ਜਿਹੜਾ 100 ਸਾਲ ਪਹਿਲਾਂ ਖੜ੍ਹਾ ਹੋ ਗਿਆ, ਜਿਹੜੇ ਗੋਰੇ ਕਹਿੰਦੇ ਵੀ ਇਹਨਾਂ ਨੂੰ ਬਰਾਊਨ ਚਮੜੀ ਨੂੰ ਹੌਂਡੂਰਸ ਭੇਜੋ ਵੀ ਸਾਊਥ ਅਮਰੀਕਾ, ਉਹ ਲੀਗਲੀ ਉਹਨਾਂ ਨੇ ਫਾਈਟ ਕੀਤਾ। ਦੇਖੋ ਹਰ ਇੱਕ ਚੀਜ਼ ਹੈ ਨਾ ਉਹਦਾ ਇੱਕ ਦਾਇਰਾ ਹੁੰਦਾ। ਕਈ ਵਾਰ ਸਲੋਗਨ ਲਾਉਣ ਦੇ ਨਾਲ ਕੰਮ ਨਹੀਂ ਹੁੰਦਾ, ਪ੍ਰੋਸੈਸ ਦੇ ਨਾਲ ਕੰਮ ਹੁੰਦਾ। ਫਿਰ ਉਹਨਾਂ ਨੇ ਗੁਰੂ ਨਾਨਕ ਮਾਈਨਿੰਗ ਟਰਸਟ ਖੋਲ੍ਹੀ ਔਰ ਉਹਨਾਂ ਦੇ ਮੈਂਬਰ ਬਣਾਏ। ਅਗਰ ਤੁਸੀਂ ਉਸ ਵੇਲੇ ਪ੍ਰਾਪਰਟੀ ਹੋਲਡ ਕਰਦੇ ਸੀ ਤੁਹਾਨੂੰ ਕੱਢ ਨਹੀਂ ਸਕਦੇ ਸੀ। ਸੋ ਇਹ ਸਾਰੇ ਉਹਨਾਂ ਨੇ ਕੀਤੇ। ਉਹਨਾਂ ਦੀ ਵਿਜ਼ਨ ਦੇਖੋ ਵੀ ਅੱਜ ਤੋਂ 100 ਸਾਲ ਬਾਅਦ ਕੈਨੇਡਾ ਕੀ ਹੋਏਗਾ। ਜਿਹੜੇ ਅੱਜ ਇੱਥੇ ਮਹਾਨ ਨਗਰ ਕੀਰਤਨ 6 ਲੱਖ ਦੀ ਸਮੂਲੀਅਤ ਆਪਾਂ ਕਰਦੇ ਹਾਂ ਦਸ਼ਮੇਸ਼ ਦਰਬਾਰ, ਜਿਹੜਾ ਖਾਲਸਾ ਸਿਰਜਣਾ ਦਿਵਸ, ਉਹਨਾਂ ਨੇ ਸ਼ਾਇਦ ਇਹ ਵੀ ਸੁਪਨਾ ਦੇਖਿਆ ਹੋਏਗਾ ਵੀ ਇੰਨੀ ਵੱਡੀ ਤਾਦਾਦ 'ਚ ਸਾਡੇ ਸਿੱਖ ਹੋਣਗੇ। ਔਰ 250 ਏਕੜ ਉਸ ਏਰੀਏ 'ਚ ਜਿਹੜੀ ਬ੍ਰਿਟਿਸ਼ ਪ੍ਰਾਪਰਟੀਜ਼, ਲੇਕਿਨ ਕੁਛ ਵਜ੍ਹਾ ਕਰਕੇ ਉਹਦੇ ਟੈਕਸਿਸ ਨਹੀਂ ਪੇ ਕੀਤੇ ਗਏ। ਔਰ ਭਾਈ ਮੇਵਾ ਸਿੰਘ ਜਿਹੜੇ ਸ਼ਹੀਦ ਹੈ ਜਿਨ੍ਹਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ, ਉਹਨਾਂ ਦੇ ਉੱਤੇ ਮਿਸ਼ਨ ਵੀ ਲੈ ਕੇ ਜਾਣਾ ਪਿਆ ਆਟੋਆ। ਕਰੀਬਨ ਉਦੋਂ $60,000 ਖਰਚ ਆਇਆ ਸੀ ਉਸ ਸਮੇਂ, ਅੱਜ ਤੋਂ 100 ਸਾਲ ਪਹਿਲਾਂ। ਸੋ ਜਗ੍ਹਾ ਜਿਹੜੀ ਹੈਗੀ ਵਿਚਾਰੀ ਟੈਕਸਿਸ ਨਾ ਪੇ ਕਰਨ ਕਰਕੇ ਕੌਨਫਿਸਕੇਟ ਹੋ ਗਈ। ਲੇਕਿਨ ਵਿਜ਼ਨ ਦੇਖੋ ਇਨਸਾਨ ਦਾ ਵੀ ਜਿੱਥੇ ਧਾਰਮਿਕ ਨੌਲੇਜ ਚਾਹੀਦੀ ਆ ਉੱਥੇ ਐਕੈਡੈਮਿਕ ਨੌਲੇਜ ਵੀ ਚਾਹੀਦੀ ਆ ਔਰ ਉਹਦੀ ਪ੍ਰੈਕਟੀਕੈਲਿਟੀ ਚਾਹੀਦੀ ਆ। ਔਰ ਉਹੀ ਬੜੂ ਸਾਹਿਬ ਦਾ ਜਿਹੜਾ ਇੰਸਟੀਟਿਊਸ਼ਨ ਹੈਗਾ ਅਕਾਲ ਅਕੈਡਮੀ, ਉਹਦੇ ਬਾਨੀ ਵੀ ਬਣੇ, ਕੋ ਫਾਊਂਡਰ ਵੀ ਬਣੇ। ਅੱਜ ਜਿਹੜਾ ਹੈਗਾ ਹਿੰਦੁਸਤਾਨ ਦੇ ਵਿੱਚ ਕੁਛ 120 ਅਕੈਡਮੀਜ਼ ਚੱਲ ਰਹੀਆਂ, ਕਾਲਜ ਚੱਲ ਰਹੀ, ਯੂਨੀਵਰਸਿਟੀ ਚੱਲ ਰਹੀ ਔਰ ਸਰੀ ਦੇ ਵਿੱਚ ਵੀ ਅਕਾਲ ਅਕੈਡਮੀ ਹੈਗੀ ਆ। ਸੋ ਸਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਪ੍ਰੇਰਨਾ ਕਰਨੀ ਚਾਹੀਦੀ ਹੈ ਔਰ ਸੰਤ ਜੀ ਦੇ ਜੀਵਨੀ ਬਾਰੇ ਡਿਸਕਸ਼ਨ ਕਰਨਾ ਚਾਹੀਦਾ। ਔਰ ਉਹਨਾਂ ਦਾ ਜਿਹੜਾ ਵਿਜ਼ਨ ਆ, ਉਹਨਾਂ ਦਾ ਜਿਹੜਾ ਮੋਟੋ ਆ, ਉਹਨਾਂ ਦੀ ਜਿਹੜੀ ਫਿਲਾਸਫੀ ਆ, ਉਹਦੇ ਉੱਤੇ ਸਾਨੂੰ ਜਿਹੜੀ ਆਪਣੇ ਬੱਚਿਆਂ ਨੂੰ ਤਾਂ ਦੱਸਣਾ, ਲੇਕਿਨ ਜਨਰਲ ਕਮਿਊਨਿਟੀ ਨੂੰ ਵੀ ਦੱਸਣਾ ਚਾਹੀਦਾ ਕਿਉਂਕਿ ਉਹਨਾਂ ਨੇ ਮਨੁੱਖੀ ਹੱਕਾਂ ਦੀ ਗੱਲ ਕੀਤੀ। ਜਿਹੜੇ ਅੱਜ ਕੈਨੇਡਾ ਉਸਰਿਆ ਉਹਦੇ ਥੱਲੇ ਪਤਾ ਨਹੀਂ ਕਿਹੜੀਆਂ ਹੋਰ ਕਬਰਾਂ ਹੈਗੀਆਂ ਜਿਹੜੀਆਂ ਅਸੀਂ ਐਕਸਕੇਵੇਟ ਕਰ ਰਹੇ ਹਾਂ, ਜਿਹੜਿਆਂ ਨੇਟਿਵਸ ਦੇ ਨਾਲ ਧੱਕਾ ਹੋਇਆ। ਕੰਟਰੀ ਤਾਂ ਉਹਨਾਂ ਦੀ ਸੀ ਇਹ, ਲੇਕਿਨ ਆਪਾਂ ਨੂੰ ਸਾਰਿਆਂ ਨੂੰ ਓਨੈਸਟ ਹੋਣਾ ਚਾਹੀਦਾ। ਸਾਰਿਆਂ ਨੂੰ ਇਹ ਜੋ ਵੀ ਵਿਤਕਰੇ ਹੋਏ ਉਹਨੂੰ ਕਬੂਲਣਾ ਚਾਹੀਦਾ ਔਰ ਉਹਦੇ ਉੱਤੇ ਵਰਕ ਕਰਕੇ, ਕਿਉਂਕਿ ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ ਕੋ, ਸਾਰੇ ਅਸੀਂ ਭੈਣ ਭਰਾ ਹੀ ਹੈਗੇ ਹਾਂ। ਕੈਨੇਡਾ ਇੱਕ ਅੱਛਾ ਮੁਲਕ ਹੈਗਾ, ਲੇਕਿਨ ਇਹਦਾ ਇਤਿਹਾਸ ਜਿਹੜਾ ਹੈਗਾ ਸ਼ਾਇਦ ਇੰਨਾ ਅੱਛਾ ਨਾ ਹੋਏ, ਲੇਕਿਨ ਅਸੀਂ ਉਸ ਤੋਂ ਸਿੱਖ ਕੇ ਇਹਨੂੰ ਹੋਰ ਵਧੀਆ ਬਣਾਉਣਾ। ਔਰ ਖਾਸ ਕਰਕੇ ਸੰਤ ਤੇਜਾ ਸਿੰਘ ਡੇ ਜਿਹੜਾ ਜੁਲਾਈ 1 ਜਿਹੜਾ ਕੈਨੇਡਾ ਡੇ ਹੁੰਦਾ ਉੱਥੇ ਪ੍ਰੋਕਲੇਮੇਟ ਕਰਨਾ ਇੱਕ ਬਹੁਤ ਵੱਡੀ ਪ੍ਰਾਪਤੀ ਹੈਗੀ ਹੈ। ਸੰਸਾਰ ਭਰ 'ਚ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਜੋ ਪ੍ਰਿੰਸੀਪਲ ਸੰਤ ਤੇਜਾ ਸਿੰਘ ਹੋਰਾਂ ਦੇ ਨਾਂ 'ਤੇ ਅੱਜ ਬ੍ਰਿਟਿਸ਼ ਕੋਲੰਬੀਆ ਸਰਕਾਰ, ਲੈਫਟੀਨੈਂਟ ਗਵਰਨਰ, ਅਟਾਰਨੀ ਜਨਰਲ ਇੱਕ ਪ੍ਰੋਕਲੇਮੇਸ਼ਨ ਜਾਰੀ ਕੀਤਾ ਗਿਆ ਜਿਹੜਾ ਕਿ ਰਚਨਾ ਸਿੰਘ MLA ਇਹਨਾਂ ਦਫ਼ਤਰ ਤੋਂ ਬਾਕਾਇਦਾ ਤੌਰ 'ਤੇ ਸਿੱਖ ਭਾਈਚਾਰੇ ਨੂੰ ਸੌਂਪਿਆ ਗਿਆ। ਪ੍ਰੋਫੈਸਰ ਸੰਤ ਤੇਜਾ ਸਿੰਘ ਹੋਰਾਂ ਦੇ ਸਤਿਕਾਰ ਦੇ ਵਿੱਚ ਇੱਕ ਕਦਮ ਹੈ, ਪਰ ਸਵਾਲ ਇਹ ਹੈ ਕਿ 100 ਸਾਲ ਬੀਤਣ ਦੇ ਬਾਵਜੂਦ ਸਾਨੂੰ ਉਹਨਾਂ ਬਾਰੇ ਕਿਉਂ ਨਹੀਂ ਪਤਾ ਲੱਗਿਆ। ਇਹਦਾ ਉੱਤਰ ਇਹ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਕਸੂਰਵਾਰ ਅਸੀਂ ਖੁਦ ਵੀ ਹਾਂ। ਸਾਡਾ ਇਸ ਦੇ ਲਈ ਉਹ ਭਾਈਚਾਰਾ ਜਿਸ ਨੇ ਅਗਵਾਈ ਦੇਣੀ ਸੀ, ਖਾਸ ਤੌਰ 'ਤੇ ਚਿੰਤਕ, ਲੇਖਕ, ਬੁੱਧੀਜੀਵੀ, ਉਹ ਵੀ ਕਸੂਰਵਾਰ ਨੇ। ਉਹ ਸੰਸਥਾਵਾਂ ਜਿਨ੍ਹਾਂ ਦਾ ਸੰਵਿਧਾਨ ਇਹਨਾਂ ਨੇ ਰਚਿਆ, ਦੇਖੋ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਉਸ ਦੇ ਸੰਵਿਧਾਨ ਰਚੇਤਾ ਪ੍ਰੋਫੈਸਰ ਤੇਜਾ ਸਿੰਘ, ਜਾਂ ਸਟਾਕਟਨ ਗਦਰੀ ਬਾਬਿਆਂ ਦਾ ਗੁਰਦੁਆਰਾ, ਜਾਂ ਇਸ ਤੋਂ ਇਲਾਵਾ ਵਿਕਟੋਰੀਆ, ਜਾਂ ਹੋਰ ਬਹੁਤ ਸਾਰੇ, ਉਹਨਾਂ ਦਾ ਫਰਜ਼ ਬਣਦਾ ਸੀ ਕਿ ਇਹ ਸ਼ਖਸੀਅਤ ਦਾ ਜੋ ਬਣਦਾ ਸਤਿਕਾਰ ਹੈ ਉਹ ਦੱਸਿਆ ਜਾਏ। ਕਿਉਂਕਿ ਜੋ ਕੈਨੇਡਾ ਦੀ ਹਿਸਟਰੀ ਦੇ ਵਿੱਚ ਇਹਨਾਂ ਦਾ ਥਾਂ ਹੈ, ਖਾਸ ਤੌਰ 'ਤੇ ਨਸਲਵਾਦ ਦੇ ਖਿਲਾਫ
ਇਹ ਤੋਂ ਵੱਡਾ ਨਸਲਵਾਦ ਕੀ ਹੋ ਸਕਦਾ ਹੈ ਕਿ ਇੱਕ ਸਮੁੱਚੇ ਏਸ਼ੀਅਨ ਭਾਈਚਾਰੇ ਦੇ ਇੱਕ ਪੂਰੇ ਦੇ ਪੂਰੇ ਸਮੂਹ ਨੂੰ ਇੱਥੋਂ ਕੱਢ ਹੀ ਦਿੱਤਾ ਜਾਵੇ, ਇੱਥੋਂ ਹੋਂਦ ਹੀ ਖਤਮ ਕਰ ਦਿੱਤੀ ਜਾਵੇ ਤੇ ਬਕਾਇਦਾ ਤਿਆਰੀਆਂ ਕਰ ਲਈਆਂ ਜਾਣ ਜਿਹੜਾ ਕਿ ਹੌਂਡਰਸ ਭੇਜਣਾ। ਜੇ ਉਹ ਹੋ ਜਾਂਦਾ ਤਾਂ ਅੱਜ ਸਾਡਾ ਨਾਮੋ ਨਿਸ਼ਾਨ ਨਹੀਂ ਸੀ ਹੋਣਾ, ਸਾਡਾ ਮੀਡੀਆ, ਸਾਡੇ MLA, ਵਿਧਾਇਕ, ਮਿਨਿਸਟਰ ਕੁਝ ਨਹੀਂ ਸੀ ਹੋਣੇ। ਸੋ ਇਹ ਅਕਿਰਤ ਘਣਤਾ ਵੀ ਕਹੀ ਜਾ ਸਕਦੀ ਹੈ ਤੇ ਇਸ ਦੇ ਵਿੱਚ ਮਾਨਸਿਕ ਕਮਜ਼ੋਰੀ ਹੈ। ਹੁਣ ਇਹ ਕੀਤਾ ਕੀ ਜਾਣਾ ਚਾਹੀਦਾ, ਇਸ ਦਾ ਇੱਕ ਬੜਾ ਵਾਜਬ ਉੱਤਰ ਇਹ ਹੈ ਕਿ 100 ਸਾਲ ਬਾਅਦ ਪ੍ਰੋਫੈਸਰ ਸੰਤ ਤੇਜਾ ਸਿੰਘ ਹੋਰਾਂ ਬਾਰੇ ਪਤਾ ਲੱਗਿਆ, ਜਾਣਕਾਰੀ ਮਿਲੀ ਹੈ। ਸੋ ਆਓ ਇੱਕ ਉਸ ਤਰ੍ਹਾਂ ਦੀ ਲਹਿਰ ਕਾਇਮ ਕਰੀਏ ਕਿ ਪ੍ਰੋਕਲੇਮੇਸ਼ਨ ਜਾਂ ਸਰਕਾਰੀ ਤੌਰ ਤੇ ਐਲਾਨ ਇਹ ਬੇਸ਼ੱਕ ਚੰਗੇ ਨੇ, ਪਰ ਲੋਕ ਮਨਾਂ ਦੇ ਵਿੱਚ ਜਿਹੜੀ ਇਹ ਗੱਲ ਹੈ ਇਸ ਨੂੰ ਉਜਾਗਰ ਕਰਨ ਲਈ ਥਾਂ ਥਾਂ ਤੇ ਸੈਮੀਨਾਰ ਹੋਣ, ਵਿਚਾਰਾਂ ਹੋਣ, ਇਹਨਾਂ ਦੇ ਨਾਂ ਤੇ ਪੰਫਲੇਟ ਵੰਡੇ ਜਾਣ। ਜੋ ਸੰਤ ਤੇਜਾ ਸਿੰਘ ਹੋਰਾਂ ਦੀ ਕੰਟਰੀਬਿਊਸ਼ਨ ਹੈ ਉਸ ਨੂੰ ਆਮ ਘਰਾਂ ਤੱਕ, ਪਰਿਵਾਰਾਂ ਤੱਕ ਪਹੁੰਚਦਾ ਕੀਤਾ ਜਾਵੇ। ਇਹ 'ਚ ਮੀਡੀਆ ਵੀ, ਸਾਡੇ ਭਾਈਚਾਰੇ ਦੀਆਂ ਸੰਸਥਾਵਾਂ ਵੀ, ਸਾਡੇ ਵਿਦਵਾਨ ਚਿੰਤਕ ਰੋਲ ਅਦਾ ਕਰ ਸਕਦੇ ਨੇ। ਤੇ 100 ਸਾਲ ਬਾਅਦ ਅੱਜ ਚਾਹੇ ਗੱਲ ਚੱਲੀ ਹੈ ਤੇ ਜੇਕਰ ਉਹਨਾਂ ਦੀ ਸਮੁੱਚੀ ਸ਼ਖਸੀਅਤ ਬਾਰੇ ਅੱਜ ਜੇਕਰ ਵਿਦਵਤਾ ਨਾਲ, ਖੋਜ ਨਾਲ ਇਹ ਕਾਰਜ ਆਰੰਭ ਹੋ ਗਿਆ, ਉਹ ਦਿਨ ਦੂਰ ਨਹੀਂ ਕਿ ਇਹ ਸਦੀ ਜਿਹੜੀ ਹੈ ਅਸੀਂ ਪਿੱਛੇ ਰਹੇ ਹਾਂ। ਇਸ ਦੇ ਨਾਲ ਸੰਤ ਤੇਜਾ ਸਿੰਘ ਹੋਰਾਂ ਦੀ ਪ੍ਰੇਰਨਾ ਨਾਲ ਅਸੀਂ ਬਹੁਤ ਅੱਗੇ ਜਾ ਸਕਦੇ ਹਾਂ। ਦੇਖੋ ਅੱਜ ਤੋਂ 100 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਇਹ ਕਲਪਨਾ ਕਰਨੀ ਕਿ ਵੈਨਕੂਵਰ ਦੇ ਵਿੱਚ 250 ਏਕੜ ਦੇ ਵਿੱਚ ਇੱਕ ਯੂਨੀਵਰਸਿਟੀ ਕਾਇਮ ਹੋਵੇ ਤੇ ਉਸ ਦੇ ਲਈ ਜ਼ਮੀਨ ਲੈ ਲੈਣੀ, ਉਸ ਦੇ ਲਈ ਡਿਪੋਜ਼ਿਟ ਦੇ ਦੇਣਾ, ਭਾਈਚਾਰੇ ਨੂੰ ਇੰਨੇ ਵੱਡੇ ਪੱਧਰ ਤੇ ਤਿਆਰ ਕਰਨਾ। ਅੱਜ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਜਿੱਥੇ ਐਗਜ਼ਿਸਟ ਕਰਦੀ ਹੈ, ਉਸ ਤੋਂ ਕਿਤੇ ਵੱਡੇ ਇੱਕ ਥਾਂ ਤੇ ਜਿੱਥੇ ਇਹ ਯੂਨੀਵਰਸਿਟੀ ਸਥਾਪਿਤ ਕਰਨ ਦਾ ਸਾਰਾ ਪ੍ਰਬੰਧ ਸੀ, ਉਸ ਵੇਲੇ ਇਹ ਸੁਪਨਾ ਸੀ ਉਹਨਾਂ ਦਾ। ਅੱਜ 100 ਸਾਲ ਬਾਅਦ ਅਸੀਂ ਉੱਥੇ ਖੜ੍ਹ ਕੇ ਸੋਚੀਏ ਕਿ ਅੱਜ ਕਿੰਨਾ ਪਿਛਾਂਹ ਰਹਿ ਗਏ ਹਾਂ। ਸੋ ਅਜੇ ਵੀ ਵਕਤ ਖੁੰਝਿਆ ਨਹੀਂ ਹੈ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਾਏ, ਭੁੱਲਿਆ ਨਹੀਂ ਕਹਿੰਦੇ। ਸੋ ਆਓ ਪ੍ਰੋਫੈਸਰ ਤੇਜਾ ਸਿੰਘ ਹੋਰਾਂ ਦੀ ਪ੍ਰੋਕਲੇਮੇਸ਼ਨ ਤੋਂ ਬਾਅਦ ਕੈਨੇਡਾ, ਅਮਰੀਕਾ, ਇੰਗਲੈਂਡ ਹੀ ਨਹੀਂ ਬਲਕਿ ਜਿਸ ਧਰਤੀ ਤੋਂ ਅਸੀਂ ਖਿੱਤੇ ਤੋਂ ਆਏ ਹਾਂ ਉੱਥੇ ਵੀ ਜਾਗਰੂਕਤਾ ਪੈਦਾ ਕਰੀਏ ਕਿ ਨਸਲਵਾਦ ਦਾ ਸੰਸਾਰ 'ਚ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਹੋਣਾ ਚਾਹੀਦਾ। ਇਹੀ ਸੰਤ ਤੇਜਾ ਸਿੰਘ ਹੋਰਾਂ ਨੂੰ ਯਾਦ ਕਰਨ ਦਾ ਸਹੀ ਤਰੀਕਾ ਹੋ ਸਕਦਾ ਹੈ। ਪ੍ਰੋਫੈਸਰ ਸੰਤ ਤੇਜਾ ਸਿੰਘ ਮਸਤੂਆਣਾ ਸ਼ਬਦ ਇਹਨਾਂ ਨਾਲ ਵਰਤਿਆ ਜਾਂਦਾ ਹੈ ਕਿਉਂਕਿ ਤੇਜਾ ਸਿੰਘ ਕਈ ਨਾਮ ਨੇ। ਪ੍ਰਿੰਸੀਪਲ ਤੇਜਾ ਸਿੰਘ ਇੱਕ ਲੇਖਕ ਨੇ ਆਰਸੀ ਵਾਲੇ, ਸੰਤ ਤੇਜਾ ਸਿੰਘ ਇਹ ਨੇ, ਇਸ ਤੋਂ ਇਲਾਵਾ ਤੇਜਾ ਸਿੰਘ ਪਸੌੜ ਵੀ ਨੇ, ਹੋਰ ਬਹੁਤ ਸਾਰੇ ਨੇ। ਪਰ ਇਹ ਪ੍ਰੋਫੈਸਰ ਸੰਤ ਤੇਜਾ ਸਿੰਘ ਮਸਤੂਆਣਾ ਸਾਹਿਬ ਨਾਲ ਜੁੜਿਆ ਹੋਇਆ ਇੱਕ ਨਾਂ ਹੈ, ਜਿਹੜੇ ਕਿ ਸੰਤ ਅਤਰ ਸਿੰਘ ਹੋਰਾਂ ਦੇ ਪ੍ਰੇਰਨਾ ਦੇ ਵਿੱਚੋਂ ਹੀ ਅਗਾਂਹ ਵਿਦਿਅਕ ਖੇਤਰ ਦੇ ਵਿੱਚ ਗਏ। ਉਹਨਾਂ ਦੀ ਪ੍ਰੇਰਨਾ ਸਦਕਾ ਹੀ ਇਹ ਇੰਗਲੈਂਡ ਦੇ ਵਿੱਚ ਪੜ੍ਹਨ ਆਏ, ਕੈਂਬਰਿਜ ਯੂਨੀਵਰਸਿਟੀ ਦੇ ਵਿੱਚ 1900 ਦੇ ਵਿੱਚ, ਆਰੰਭ 'ਚ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ। ਤੇ ਉਸ ਤੋਂ ਬਾਅਦ ਇਹਨਾਂ ਨੇ ਕੈਂਬਰਿਜ ਤੋਂ ਮਗਰੋਂ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਆਉਣਾ ਕੀਤਾ। ਸੋ ਇਹ ਜਿਹੜਾ ਇੱਕ ਸਿਲਸਿਲਾ ਚੱਲਿਆ, ਉਸ ਤੋਂ ਮਗਰੋਂ ਕੈਨੇਡਾ ਦੀ ਧਰਤੀ ਤੇ ਆ ਕੇ ਜਦੋਂ ਗਦਰੀ ਬਾਬਿਆਂ ਨੂੰ ਬਕਾਇਦਾ ਤੌਰ ਤੇ ਲੋੜ ਸੀ ਕਿ ਇੱਥੋਂ ਦਾ ਸੰਵਿਧਾਨ ਰਚਿਆ ਜਾ ਰਿਹਾ ਸੀ, ਤਾਂ ਪ੍ਰੋਫੈਸਰ ਸਾਹਿਬ ਨੂੰ ਸੱਦਿਆ ਗਿਆ। ਇੱਥੇ ਆਏ, ਇੱਥੇ ਆ ਕੇ ਨਸਲਵਾਦ ਦੇ ਖਿਲਾਫ, ਹੌਂਡਰਸ ਜਿੱਥੇ ਕੱਢ ਕੇ ਇੱਥੋਂ ਭੇਜਿਆ ਜਾ ਰਿਹਾ ਸੀ ਉਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਇੱਥੇ ਹੀ ਬਸ ਨਹੀਂ, ਜਿਹੜੇ ਪਰਿਵਾਰ ਕੈਨੇਡਾ ਦੇ ਵਿੱਚ ਆਉਣੇ ਚਾਹੀਦੇ ਸਨ ਉਹਨਾਂ ਲਈ ਰਾਹ ਰੋਕਿਆ ਜਾ ਰਿਹਾ ਸੀ, ਉਸ ਦੇ ਵਫਦ ਦਾ ਜਿਹੜਾ ਬਕਾਇਦਾ ਤੌਰ ਤੇ ਪੂਰਾ ਪੰਫਲੇਟ ਸਾਰਾ ਤਿਆਰ ਕਰਕੇ ਵਾਇਸਰਾਏ ਤੇ ਗਵਰਨਰ ਜਨਰਲ ਤੇ ਸਾਰਿਆਂ ਨੂੰ ਭੇਜਣ ਵਾਲੇ ਵੀ ਪ੍ਰੋਫੈਸਰ ਤੇਜਾ ਸਿੰਘ ਜੀ ਸਨ, ਕਿਉਂਕਿ ਇਹਨਾਂ ਦੀ ਉਹ ਤਿਆਰ ਕੀਤਾ ਹੀ ਜਿਹੜਾ ਸੀ ਡਾਕੂਮੈਂਟੇਸ਼ਨ ਉਹੀ ਵੰਡੇ ਗਏ। ਪਰ ਇਸ ਦੇ ਬਾਵਜੂਦ ਇਹ ਅੱਖੋਂ ਪਰੋਖੇ ਕੀਤੀ ਗਈ ਉਹਨਾਂ ਦੀ ਦੇਣ। ਵਾਪਸ ਇੱਥੋਂ ਗਏ, ਇੱਥੋਂ ਵਾਪਸ ਜਾ ਕੇ ਫਿਰ ਉਹਨਾਂ ਨੇ ਉੱਥੇ ਜਾ ਕੇ ਬਹੁਤ ਸਾਰੇ ਵਿਦਿਅਕ ਅਦਾਰੇ, ਚਾਹੇ ਮਸਤੂਆਣਾ ਸਾਹਿਬ ਜਿੱਥੇ ਅਸੀਂ ਗੱਲ ਕਰਦੇ ਹਾਂ ਉੱਥੋਂ ਦੀ ਵਿਦਿਅਕ ਸੰਸਥਾ ਦੀ ਨੁਮਾਇੰਦਗੀ, ਚਾਹੇ ਇੱਥੋਂ ਤੱਕ ਬਨਾਰਸ ਹਿੰਦੂ ਯੂਨੀਵਰਸਿਟੀ ਜਿਸ ਦਾ ਨੀਂਹ ਪੱਥਰ ਵੀ ਬਕਾਇਦਾ ਬਾਬਾ ਸੰਤ ਅਤਰ ਸਿੰਘ ਹੋਰਾਂ ਨੇ ਰੱਖਿਆ ਸੀ। ਇਸ ਤੋਂ ਇਲਾਵਾ ਜੇਕਰ ਅਨੇਕਾਂ ਐਜੂਕੇਸ਼ਨਲ ਅਦਾਰਿਆਂ ਦੀ ਗੱਲ ਕਰੀਏ, ਅਕਾਲ ਖਾਲਸਾ ਕੌਂਸਲ ਜਿਸ ਦੇ ਅਧੀਨ ਬਹੁਤ ਵੱਡੇ ਅਦਾਰੇ ਚੱਲਦੇ ਨੇ, ਉਹ ਸਾਰਿਆਂ ਦੇ ਬਾਨੀ ਸਨ। ਈਵਨ ਬਾਅਦ ਦੇ ਵਿੱਚ ਸੰਤ ਤੇਜਾ ਸਿੰਘ ਅਕੈਡਮੀ, ਜਿਸ ਨੂੰ ਬੜੂ ਸਾਹਿਬ ਅਕੈਡਮੀ ਦੇ ਤੌਰ ਤੇ ਸੰਸਾਰ ਭਰ ਦੇ ਵਿੱਚ ਫੈਲਾਇਆ ਗਿਆ, ਉਸ ਦੀ ਨੀਂਹ ਪੱਥਰ ਵੀ, ਆਰੰਭਤਾ ਵੀ ਜਿਹੜੀ ਹੈ ਉਹ ਇਹਨਾਂ ਦੀ ਦੇਣ ਸੀ। ਸੋ ਇਹਨਾਂ ਦਾ ਜਿਹੜਾ ਚਲਾਣਾ ਹੈ ਉਹ 3 ਜੁਲਾਈ ਨੂੰ ਹੋਇਆ। ਇਸ ਦਿਨ ਨੂੰ ਹੀ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਪ੍ਰੋਕਲੇਮੇਸ਼ਨ ਜਿਹੜਾ ਹੈ ਉਹ ਜਾਰੀ ਕੀਤਾ ਗਿਆ। ਤੇ ਇਹ ਵੀ ਇੱਕ ਚੰਗੀ ਗੱਲ ਹੈ ਕਿ ਬਹੁਤ ਲੰਮੇ ਸਮੇਂ ਤੋਂ ਕੈਨੇਡਾ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਸੋ ਬ੍ਰਿਟਿਸ਼ ਕੋਲੰਬੀਆ ਨੇ ਇਸ ਨੂੰ ਮਾਨਤਾ ਦੇ ਕੇ ਆਪਣਾ ਸਤਿਕਾਰ ਵਧਾਇਆ ਤੇ ਸਾਡੇ ਲਈ ਸਵਾਲ ਖੜਾ ਕੀਤਾ ਕਿ ਏਡੀ ਵੱਡੀ ਦੇਣ ਵਾਲੀ ਸ਼ਖਸੀਅਤ ਜਿਨ੍ਹਾਂ ਦਾ ਬੜਾ ਲੰਮਾ ਜੀਵਨ ਹੈ, ਜਿਸ ਦੇ ਬਾਰੇ ਡਾਕਟਰ ਖੇਮ ਸਿੰਘ ਗਿੱਲ ਹੋਰਾਂ ਦੀ ਇੱਕ ਬੜੀ ਕਮਾਲ ਦੀ ਇੰਗਲਿਸ਼ ਦੇ ਵਿੱਚ ਕਿਤਾਬ ਹੈ, ਮੈਂ ਗੁਜ਼ਾਰਿਸ਼ ਕਰਾਂਗਾ ਉਹ ਜ਼ਰੂਰ ਪੜ੍ਹੋ। ਸੰਤ ਤੇਜਾ ਸਿੰਘ ਦੇ ਜੀਵਨ ਬਾਰੇ ਜੇ ਸਾਰਾ ਪੜ੍ਹਨਾ ਹੈ ਤਾਂ ਉਹ ਕਿਤਾਬ ਜ਼ਰੂਰ ਪੜ੍ਹੀ ਜਾਏ ਤਾਂ ਕਿ ਸਾਨੂੰ ਰੌਸ਼ਨੀ ਮਿਲ ਸਕੇ। ਅੱਜ ਸਾਨੂੰ ਸਾਰਿਆਂ ਨੂੰ ਸੰਤ ਤੇਜਾ ਸਿੰਘ ਡੇ ਦੀ ਬਹੁਤ ਖੁਸ਼ੀ ਹੈ
ਔਰ ਇੱਕ ਬਹੁਤ ਇਤਿਹਾਸਿਕ ਪ੍ਰਾਪਤੀ ਹੈ ਸਿੱਖ ਕੌਮ ਲਈ। ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਨੇ ਸੰਤ ਤੇਜਾ ਸਿੰਘ ਡੇ ਪ੍ਰੋਕਲੇਮ ਕੀਤਾ, ਇਸ ਦੀ ਪ੍ਰੋਕਲਾਮੇਸ਼ਨ ਕੀਤੀ ਆ। ਇਹ ਭਾਵੇਂ ਬਹੁਤ ਲੇਟ ਹੋਇਆ ਪਰ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸਾਰਿਆਂ ਦੀ, ਅਤੇ ਮੈਂ ਸਾਰੀ ਸਿੱਖ ਕੌਮ ਨੂੰ ਅਤੇ ਸਾਰੀ ਸਿੱਖ ਸੰਗਤ ਔਰ ਜਿੰਨੇ ਵੀ ਸਾਡੇ ਇਹਦੇ ਨਾਲ ਸਪੋਰਟਰ ਇਨਵੋਲਵ ਸਨ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਕਿ ਇਹ ਜਿਹੜਾ ਕਾਰਜ ਇੱਥੋਂ ਤੱਕ ਪਹੁੰਚਣ ਵਿੱਚ ਸਫਲਤਾ ਮਿਲੀ ਹੈ। ਸੰਤ ਤੇਜਾ ਸਿੰਘ ਦੀ ਸ਼ਖਸੀਅਤ ਦੀ ਜਦੋਂ ਗੱਲ ਕਰਦੇ ਹਾਂ ਆਪਾਂ, ਤਾਂ ਉਹਨਾਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਇੱਥੇ, ਖਾਸ ਕਰਕੇ ਨਾਰਥ ਅਮਰੀਕਾ ਦੇ ਵਿੱਚ, ਇਹਨਾਂ ਕੰਟਰੀ ਦੇ ਵਿੱਚ ਜਿੱਥੇ ਸਾਨੂੰ ਵਸਣ ਦੇ ਉਹਨਾਂ ਨੇ ਰਹਿਣ ਦੇ ਹੱਕ ਦਿਵਾਏ, ਬੇਸਿਕ ਹੱਕ। ਅਰਲੀ 1900 ਦੇ ਵਿੱਚ ਜਦੋਂ ਸਾਡੇ ਨਾਲ ਨਸਲੀ ਵਿਤਕਰਾ ਹੋ ਰਿਹਾ ਸੀ, ਬਹੁਤ ਵੱਡੇ ਲੈਵਲ 'ਤੇ ਸਾਜ਼ਿਸ਼ਾਂ ਸਾਡੀ ਕਮਿਊਨਿਟੀ ਦੇ ਖਿਲਾਫ ਘੜੀਆਂ ਜਾ ਰਹੀਆਂ ਸੀ, ਉਸ ਵੇਲੇ ਉਹਨਾਂ ਨੇ ਬਿਨਾਂ ਕਿਸੇ ਪੱਖਪਾਤ ਦੇ, ਬਿਨਾਂ ਕਿਸੇ ਮਤਭੇਦ ਦੇ ਸਾਰਿਆਂ ਦੀ ਬਾਂਹ ਫੜੀ ਅਤੇ ਉਹਨਾਂ ਨੂੰ ਨਾਲ ਲੈ ਕੇ ਅਗਵਾਈ ਦਿੱਤੀ। ਭਾਵੇਂ ਉਹ ਉਸ ਵੇਲੇ ਆਪ ਵੀ ਬਹੁਤ ਯੰਗ ਏਜ ਦੇ ਵਿੱਚ ਸਨ, ਪਰ ਜੋ ਉਹਨਾਂ ਦੀ ਅਗਵਾਈ ਆ ਉਸ ਵੇਲੇ ਦੀ, ਜਦੋਂ ਅੱਜ ਆਪਾਂ ਹਿਸਟਰੀ ਦੇਖਦੇ ਹਾਂ, ਅਖਬਾਰਾਂ ਦੇਖਦੇ ਹਾਂ, ਉਹ ਬਹੁਤ ਹੀ ਕਾਬਲੇ ਤਾਰੀਫ ਹੈ। ਜਿਹਦੇ ਵਿੱਚ ਕਿਉਂਕਿ ਉਸ ਵੇਲੇ ਮੀਡੀਆ ਦੇ ਜਾਂ ਟੈਕਨੋਲੋਜੀ ਦੇ ਬਹੁਤ ਜ਼ਿਆਦਾ ਸਾਧਨ ਨਹੀਂ ਸਨ, ਪਰ ਫਿਰ ਵੀ ਉਸ ਸਮੇਂ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਲਾਮਬੰਦ ਕਰਕੇ, ਸਿਰਫ ਇੱਕ ਅਖਬਾਰਾਂ ਹੀ, ਪ੍ਰਿੰਟਡ ਅਖਬਾਰਾਂ ਹੀ ਸੋਰਸ ਹੁੰਦੀਆਂ ਸਨ, ਜਾਂ ਥਾਵਾਂ ਥਾਵਾਂ 'ਤੇ ਜਾ ਕੇ ਇਕੱਠੇ ਹੋ ਕੇ, ਇਕੱਠ ਕਰਕੇ ਲਾਮਬੰਦ ਕਰਨਾ, ਫਿਰ ਉਸ ਦੀ ਲੌਬੀ ਕਰਨੀ। ਬਹੁਤ ਹੀ ਇੱਕ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੇ ਸਾਰਾ ਪ੍ਰੋਗਰਾਮ ਹੈ ਜਿਹੜਾ ਕੀਤਾ, ਅਤੇ ਜਿਹਨੂੰ ਬ੍ਰਿਟਿਸ਼ ਕੋਲੰਬੀਆ ਦੇ ਇੱਥੇ ਆਪਣੇ ਦਾ ਸਨ ਐਂਡ ਪ੍ਰੋਵਿੰਸ ਪੇਪਰ ਨੇ ਦਸੰਬਰ 12, 1908 ਦਾ ਆਰਟੀਕਲ 'ਚ ਵੀ ਛਾਪਿਆ ਕਿ ਉਹ ਇੰਨੇ ਪ੍ਰਭਾਵਿਤ ਹੋਏ ਸੀ, ਮਿਸਟਰੀ ਐਂਡ ਪਾਵਰਸ ਆਫ ਤੇਜਾ ਸਿੰਘ। ਇਹ ਆਰਟੀਕਲ ਉਹਨਾਂ ਦਾ ਛਪਿਆ, ਅਤੇ ਰੋਜ਼ਾਨਾ ਹੀ ਤਕਰੀਬਨ ਉਹਨਾਂ ਦੀ ਜਿਹੜੀ ਗੱਲਬਾਤ ਹੈ ਅਖਬਾਰਾਂ ਦੇ ਵਿੱਚ ਅਕਸਰ ਚੱਲਦੀ ਰਹਿੰਦੀ ਸੀਗੀ, ਅਤੇ ਉਹਨਾਂ ਨੂੰ ਬਹੁਤ ਹੀ ਇੱਕ ਐਕਟਿਵਿਸਟ ਦੇ ਤੌਰ 'ਤੇ ਉਹ ਜਾਣਦੇ ਸਨ, ਅਤੇ ਗੌਰਮੈਂਟ ਉਹਨਾਂ ਨੂੰ ਫਾਲੋ ਵੀ ਕਰਦੀ ਰਹੀ। ਪਰ ਉਹਨਾਂ ਨੇ ਸਾਨੂੰ ਇਹ ਸਾਰੀਆਂ ਬੁਲੰਦੀਆਂ ਤੱਕ ਪਹੁੰਚਾਇਆ, ਅਤੇ ਅੱਜ ਅਸੀਂ ਇਸ ਚੀਜ਼ ਦੀ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਿੱਥੋਂ ਤੱਕ ਜਿਹੜੇ ਉਹਨਾਂ ਨੇ ਐਜੂਕੇਸ਼ਨਲ ਅਦਾਰਿਆਂ ਦੀ ਗੱਲ ਕੀਤੀ, ਉਹਨਾਂ ਦੀ ਸੋਚ ਸੀ ਜੋ 250 ਏਕੜ ਉਸ ਵੇਲੇ ਈਗਲ ਹਾਰਬਰ, ਜਿਸ ਨੂੰ ਅੱਜ ਆਪਾਂ ਬ੍ਰਿਟਿਸ਼ ਪ੍ਰਾਪਰਟੀ ਕਹਿੰਦੇ ਹਾਂ, ਉੱਥੇ ਉਹਨਾਂ ਨੇ ਖਰੀਦਿਆ ਸੀ, ਜਿੱਥੇ ਉਹਨਾਂ ਦਾ ਸੁਪਨਾ ਸੀ ਕਿ ਇੱਕ ਸਿੱਖ ਯੂਨੀਵਰਸਿਟੀ ਬਣੇਗੀ। ਪਰ ਅਨਫਾਰਚੂਨੇਟਲੀ ਉਹ ਅਸੀਂ ਸੰਭਾਲ ਨਾ ਸਕੇ, ਅਤੇ ਕੁਝ ਸਮੇਂ ਬਾਅਦ ਅਸੀਂ ਉਹ ਪ੍ਰਾਪਰਟੀ ਹੈ ਜਿਹੜੀ ਗਵਾ ਦਿੱਤੀ। ਅੱਜ ਜਿਹੜੀ ਤਕਰੀਬਨ ਕੈਨੇਡਾ ਦੀ ਸਭ ਤੋਂ ਮਹਿੰਗੀ ਪ੍ਰਾਪਰਟੀ ਆ। ਅਤੇ ਫਿਰ ਉਹਨਾਂ ਨੇ ਇੱਥੋਂ ਜਾ ਕੇ ਦੇਸ਼ ਦੇ ਵਿੱਚ ਬਹੁਤ ਸਾਰੇ ਵਿੱਦਿਅਕ ਸੰਸਥਾਵਾਂ ਕਾਇਮ ਕੀਤੀਆਂ, ਜਿਨ੍ਹਾਂ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਅਕਾਲ ਅਕੈਡਮੀ ਬੜੂ ਸਾਹਿਬ ਹੈ, ਜਿਹਦੇ ਤਹਿਤ ਅੱਜ ਉੱਥੇ 130 ਤੋਂ ਉੱਪਰ ਸਕੂਲ ਚੱਲਦੇ ਨੇ, 2 ਯੂਨੀਵਰਸਿਟੀਆਂ ਚੱਲਦੀਆਂ ਨੇ, ਹੌਸਪੀਟਲ ਹੈ ਚੈਰੀਟੇਬਲ। ਇਹ ਸਾਰੇ ਕਾਰਜ ਆ ਜਿਹੜੇ ਇੰਡੀਆ 'ਚ ਹੋ ਰਹੇ ਨੇ। ਇੰਡੀਆ ਤੋਂ ਬਾਹਰ ਵੀ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਅਕਾਲ ਅਕੈਡਮੀ 2007 ਤੋਂ ਸਥਾਪਿਤ ਹੈ, ਉੱਥੇ ਬੱਚਿਆਂ ਨੂੰ ਉਹ ਜੋ ਸਿੱਖਿਆ ਦਿੱਤੀ ਜਾਂਦੀ ਹੈ। ਪਰ ਹੋਰ ਵੀ ਇਹਨਾਂ ਉਪਰਾਲਿਆਂ ਨੂੰ ਇਸ ਤੋਂ ਵੱਡੇ ਕਰਨ ਦੀ ਲੋੜ ਹੈ, ਕਿਉਂਕਿ ਜਿਹੜੀ ਉਹਨਾਂ ਦੀ ਸੋਚ ਸੀ ਉਹ ਇੱਕ ਟੌਪ ਦੀਆਂ ਯੂਨੀਵਰਸਿਟੀਆਂ ਦੇ ਲੈਵਲ ਤੱਕ ਸੀ, ਜਿੱਥੇ ਅੱਜ ਸਾਡਾ ਭਾਈਚਾਰਾ ਪਹੁੰਚ ਚੁੱਕਿਆ। ਜਿਸ ਮੁਕਾਮ ਨੂੰ ਅਸੀਂ ਆਰਥਿਕ ਤੌਰ 'ਤੇ, ਪੋਲੀਟੀਕਲ ਤੌਰ 'ਤੇ, ਹੋਰ ਸਾਰੇ ਤਰੀਕਿਆਂ ਦੇ ਵਿੱਚ ਅੱਗੇ ਗਏ ਹਾਂ, ਐਜੂਕੇਸ਼ਨ ਦੇ ਵਿੱਚ ਸਾਡੀ ਹਾਲੇ ਬਹੁਤ ਵੱਡੀ ਘਾਟ ਹੈ, ਜਿਹੜੀ ਮੈਂ ਮਹਿਸੂਸ ਕਰਦਾ ਕਿ ਜੇ ਅਸੀਂ ਵਧੀਆ ਇੰਸਟੀਟਿਊਸ਼ਨ, ਵਧੀਆ ਕਾਲਜ, ਵਧੀਆ ਯੂਨੀਵਰਸਿਟੀਆਂ ਅਸੀਂ ਬਣਾਈਏ, ਤਾਂ ਉੱਥੋਂ ਹੀ ਇੱਕ ਚੰਗੇ ਵਿਦਿਆਰਥੀ, ਚੰਗੇ ਰੋਲ ਮਾਡਲ ਪੈਦਾ ਕੀਤੇ ਜਾ ਸਕਦੇ ਆ, ਜਿਹੜੀ ਉਹਨਾਂ ਦੀ ਸੋਚ ਸੀ, ਅਤੇ ਜਿਹੜੇ ਉਹ ਸਿੱਖੀ ਨੂੰ ਅੱਗੇ ਬਹੁਤ ਪ੍ਰਫੁੱਲਿਤ ਕਰ ਸਕਦੇ ਆ। ਦੋਸਤੋ, ਸੰਤ ਤੇਜਾ ਸਿੰਘ ਹੁਣਾਂ ਬਾਰੇ ਤੁਸੀਂ ਜਾਣਕਾਰੀ ਲਈ ਹੈ, ਵੱਖ-ਵੱਖ ਇੱਥੇ ਪਹੁੰਚੀਆਂ ਸ਼ਖਸੀਅਤਾਂ ਦੇ ਵਿਚਾਰ ਸੁਣੇ ਆ, ਕਿਉਂਕਿ ਉਹ ਸਾਡੇ ਪੁਰਖੇ ਸੀ ਇੱਥੇ, ਜਿੱਥੇ ਅਸੀਂ ਅੱਜ ਆਏ ਹਾਂ। ਹੁਣ ਆ ਕੇ ਇਸ ਵੇਲਿਆਂ ਦੇ ਵਿੱਚ ਗੱਲਬਾਤ ਕਰ ਰਹੇ ਹਾਂ। ਅੱਜ ਪੰਜਾਬ ਤੋਂ ਸਟੂਡੈਂਟ ਪੜ੍ਹਨ ਦੇ ਲਈ ਇੱਥੇ ਆ ਰਹੇ ਆ, ਕਿਸੇ ਵੇਲੇ ਇੰਗਲੈਂਡ ਪੜ੍ਹਨ ਦੇ ਲਈ ਗਏ, ਹਾਰਵਰਡ ਦੇ ਵਿੱਚ ਪੜ੍ਹਨ ਲਈ ਗਏ। ਇੱਥੇ ਆ ਕੇ ਉਹਨਾਂ ਨੇ ਅੱਜ ਕਿਸੇ ਅਖਬਾਰ ਦੇ ਵਿੱਚ ਛਪ ਜਾਣਾ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ, ਲੋਕਲ ਅਖਬਾਰਾਂ ਦੇ ਵਿੱਚ। ਉਸ ਵੇਲੇ ਸਨ ਵਰਗੀਆਂ ਅਖਬਾਰਾਂ ਦੇ ਵਿੱਚੋਂ ਲਗਭਗ ਰੋਜ਼ ਛਪਦੇ ਰਹੇ ਆ ਇੱਥੇ ਕੈਨੇਡਾ ਦੇ ਵਿੱਚ। ਸਾਨੂੰ ਆਪਣੇ ਇਤਿਹਾਸ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸੋਮਵਾਰ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।